ਹੈਲੋ ਨਰਸਿੰਗ ਆਫਿਸਰਸ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫਿਸਰ। ਜਿਵੇਂ ਕਿ ਆਪਾਂ ਆਪਣੀ ਲਾਸਟ ਵੀਡੀਓ ਵਿੱਚ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਡਿਸਕਸ ਕਰ ਰਹੇ ਸੀਗੇ ਤੇ ਜਿਸ ਦੇ ਰਿਮੇਨਿੰਗ ਕੁਐਸਚਨ ਅਸੀਂ ਅੱਜ ਦੀ ਵੀਡੀਓ ਵਿੱਚ ਡਿਸਕਸ ਕਰਾਂਗੇ। ਸੋ ਚੱਲਦੇ ਹਾਂ ਆਪਾਂ ਫਰਸਟ ਕੁਐਸਚਨ ਤੇ। ਵਿਚ ਆਫ ਦਾ ਫੋਲੋਇੰਗ ਵਿਲ ਬੀ ਐਬਨੋਰਮਲ ਇਨ ਚਾਈਲਡ ਵਿਦ ਡਾਇਗਨੋਸਿਸ ਆਫ ਹੀਮੋਫੀਲੀਆ? ਆਪਸ਼ਨ A ਪਲੇਟਲੇਟ ਕਾਊਂਟ, ਆਪਸ਼ਨ B ਵਾਈਟ ਬਲੱਡ ਸੈਲ ਕਾਊਂਟ, ਆਪਸ਼ਨ C ਹੀਮੋਗਲੋबिन ਲੈਵਲ, ਆਪਸ਼ਨ D ਪਾਰਸ਼ੀਅਲ ਥ੍ਰੋਮਬੋਪਲਾਸਟਿਨ ਟਾਈਮ। ਸਾਡੇ ਕੋਲ ਕੀ ਪੁੱਛਿਆ ਗਿਆ ਹੈ ਕਿ ਹੀਮੋਫੀਲੀਆ ਵਾਲੇ ਪੇਸ਼ੈਂਟ ਵਿੱਚ ਕਿਹੜੀ ਚੀਜ਼ ਇਹਨਾਂ ਵਿੱਚੋਂ ਕਿਹੜੀ ਵੈਲਿਊ ਐਬਨੋਰਮਲ ਹੋਏਗੀ। ਸਭ ਤੋਂ ਪਹਿਲਾਂ ਸਾਨੂੰ ਹੀਮੋਫੀਲੀਆ ਬਾਰੇ ਪਤਾ ਹੋਣਾ ਚਾਹੀਦਾ ਹੈ। ਹੀਮੋਫੀਲੀਆ ਕੀ ਹੈ? ਐਕਸ ਲਿੰਕ ਰਿਸੈਸਿਵ ਡਿਸਆਰਡਰ ਹੈ। ਠੀਕ ਹੈ, ਮੀਨਸ ਕਿ ਜੋ ਐਕਸ ਕ੍ਰੋਮੋਸੋਮ ਹੈ ਉਸ ਤੇ ਇੱਕ ਹੀਮੋਫੀਲਿਕ ਜੀਨ ਪ੍ਰੈਜ਼ੈਂਟ ਹੁੰਦਾ ਹੈ। ਸੋ ਐਕਸ ਲਿੰਕ ਰਿਸੈਸਿਵ ਡਿਸਆਰਡਰ ਹੈ। ਇੱਕ ਬਹੁਤ ਵਾਰ ਐਗਜ਼ਾਮੀਨਰ ਤੁਹਾਨੂੰ ਐਵੇਂ ਕੁਐਸਚਨ ਵੀ ਪੁੱਛ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਐਕਸ ਲਿੰਕ ਰਿਸੈਸਿਵ ਡਿਸਆਰਡਰ ਹੈ। ਬਹੁਤ ਸਾਰੇ ਹੋਰ ਵੀ ਆਪਸ਼ਨ ਦਿੱਤੇ ਹੋਣਗੇ ਜਿਨ੍ਹਾਂ ਵਿੱਚੋਂ ਹੀਮੋਫੀਲੀਆ ਇੱਕ ਐਕਸ ਲਿੰਕ ਰਿਸੈਸਿਵ ਡਿਸਆਰਡਰ ਹੈ। ਇਸ ਵਿੱਚ ਬੇਸਿਕਲੀ ਹੁੰਦਾ ਕੀ ਹੈ ਕਿ ਜੋ ਸਾਡੇ ਕਲੋਟਿੰਗ ਫੈਕਟਰ ਹੁੰਦੇ ਨੇ, ਕਲੋਟਿੰਗ ਫੈਕਟਰ 8 ਐਂਡ 9 ਇਹਨਾਂ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ, ਜਿਸ ਦੇ ਕਾਰਨ ਕੀ ਹੁੰਦਾ ਪੇਸ਼ੈਂਟ ਨੂੰ ਬਲੀਡਿੰਗ ਦੇ ਚਾਂਸਸ ਹੁੰਦੇ ਨੇ। ਸੋ ਇਸ 'ਚ ਇੱਕ ਹੋਰ ਕੁਐਸਚਨ ਹੈ, ਮੋਸਟਲੀ ਜੋ ਫੀਮੇਲਸ ਹੁੰਦੀਆਂ ਉਹ ਕੈਰੀਅਰ ਹੁੰਦੀ ਹੈ ਤੇ ਮੇਲ ਹਮੇਸ਼ਾ ਇਫੈਕਟਡ ਹੁੰਦੇ ਨੇ। ਸੋ ਇਹਦੀ ਮੋਰ ਕਾਮਨ ਇਨ ਬॉयਜ਼। ਸੋ ਮੇਲ ਬੇਬੀ 'ਚ ਜ਼ਿਆਦਾ ਕਾਮਨ ਹੈ। ਤੇ ਹੀਮੋਫੀਲੀਆ ਦੀ ਦੋ ਤਰ੍ਹਾਂ ਦੀ ਟਾਈਪ ਹੁੰਦੀਆਂ ਨੇ, ਇੱਕ ਟਾਈਪ A ਤੇ ਟਾਈਪ B। ਟਾਈਪ A 'ਚ ਕੀ ਹੁੰਦਾ ਫੈਕਟਰ 8 ਦੀ ਡੈਫੀਸ਼ੀਐਂਸੀ ਹੁੰਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਕਲਾਸਿਕ ਹੀਮੋਫੀਲੀਆ। ਸੋ ਕਲਾਸਿਕਲ ਹੀਮੋਫੀਲੀਆ 'ਚ ਕੀ ਹੈ ਫੈਕਟਰ 8 ਦੀ ਡੈਫੀਸ਼ੀਐਂਸੀ। ਤੇ ਦੂਸਰਾ ਕੀ ਹੁੰਦਾ ਹੈ ਕਲਾਸ B, ਉਸ ਨੂੰ ਆਪਾਂ ਬੋਲਦੇ ਹਾਂ ਕ੍ਰਿਸਮਸ ਡਿਜ਼ੀਜ਼, ਜਿਸ ਵਿੱਚ ਫੈਕਟਰ 9 ਦੀ ਡੈਫੀਸ਼ੀਐਂਸੀ ਹੁੰਦੀ ਹੈ। ਜਿਹੜਾ ਹੀਮੋਫੀਲੀਆ ਹੈ ਉਸ ਦੇ ਵਿੱਚ ਜਿਹੜੇ ਬਾਕੀ ਟੈਸਟ ਹੁੰਦੇ ਨੇ ਜਿਵੇਂ ਪਲੇਟਲੈਟ, WBC ਕਾਊਂਟ ਤੇ ਹੀਮੋਗਲੋबिन ਕਾਊਂਟ, ਇਹ ਸਭ ਨਾਰਮਲ ਹੁੰਦੇ ਆ। ਬਟ ਜਿਹੜੇ ਸਾਡੇ ਕਲੋਟਿੰਗ ਫੈਕਟਰ ਹੈ ਜਿਵੇਂ ਕਿ ਫਿਬਰੀਨੋਜਨ, ਪ੍ਰੋਥਰੋਮਬਿਨ, ਥ੍ਰੋਮਬੋਪਲਾਸਟਿਨ, ਕੈਲਸ਼ੀਅਮ, ਲੇਬਾਈਲ ਫੈਕਟਰ, ਸਟੇਬਲ ਫੈਕਟਰ, ਜੋ ਮਤਲਬ ਸਾਡੇ ਕਲੋਟਿੰਗ ਫੈਕਟਰ ਹੈ ਉਹਨਾਂ ਦੀ ਡੈਫੀਸ਼ੀਐਂਸੀ ਹੁੰਦੀ ਹੈ। ਸੋ ਸਾਡੀ ਕੁਐਸਚਨ ਦੇ ਅਕੋਰਡਿੰਗ ਸਾਡੀ ਕਿਹੜੀ ਵੈਲਿਊ ਹੈ ਜਿਹੜੀ ਕਿ ਐਬਨੋਰਮਲ ਹੋਏਗੀ? ਆਪਸ਼ਨ D ਪਾਰਸ਼ੀਅਲ ਥ੍ਰੋਮਬੋਪਲਾਸਟਿਨ ਟਾਈਮ। ਸੋ ਹੀਮੋਫੀਲੀਆ ਵਿੱਚ ਪਾਰਸ਼ੀਅਲ ਥ੍ਰੋਮਬੋਪਲਾਸਟਿਨ ਟਾਈਮ ਇਸ ਦੀ ਵੈਲਿਊ ਐਬਨੋਰਮਲ ਹੋਏਗੀ। ਅਦਰ ਪਲੇਟਲੈਟ, WBC ਤੇ ਹੀਮੋਗਲੋबिन ਲੈਵਲ ਇਹ ਨਾਰਮਲ ਹੋ ਸਕਦੇ ਨੇ। ਸੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਪੇਸ਼ੈਂਟ ਇਜ਼ ਐਡਮਿਟਡ ਇਨ ਅ ਮੈਡੀਕਲ ਯੂਨਿਟ ਵਿਦ ਪੋਸੀਬਲ ਡਾਇਗਨੋਸਿਸ ਆਫ ਗ੍ਰੇਵਸ ਡਿਜ਼ੀਜ਼, ਵਿਚ ਅਸੈਸਮੈਂਟ ਫਾਈਂਡਿੰਗ ਸਪੋਰਟਸ ਦਿਸ ਡਾਇਗਨੋਸਿਸ? ਆਪਸ਼ਨ A ਬ੍ਰੈਡੀਕਾਰਡੀਆ, ਆਪਸ਼ਨ B ਪੈਰੀਓਰਬਿਟਲ ਐਡੀਮਾ, ਆਪਸ਼ਨ C ਐਗਜ਼ੋਥੈਲਮਸ, ਆਪਸ਼ਨ D ਹੋਰਸ ਵॉइस। ਫਰਸਟ ਕੁਐਸਚਨ ਵਿੱਚ ਹੈ ਕਿ ਗ੍ਰੇਵਸ ਡਿਜ਼ੀਜ਼ ਮੀਨਸ ਕਿ ਹਾਈਪਰਥਾਇਰੋਇਡਿਜ਼ਮ, ਜਿਸ ਵਿੱਚ ਕੀ ਹੁੰਦਾ ਹੈ ਕਿ ਹਾਈਪਰ ਸਕ੍ਰੀਸ਼ਨ ਆਫ ਥਾਇਰੋਇਡ ਗਲੈਂਡ, T3 ਤੇ T4 ਜਿਹੜੇ ਹਾਰਮੋਨ ਹੈ ਉਹਨਾਂ ਦੀਆਂ ਜ਼ਿਆਦਾ ਸਕ੍ਰੀਸ਼ਨਸ ਹੁੰਦੀਆਂ ਨੇ। ਠੀਕ ਹੈ, ਤੇ ਜਦੋਂ ਹਾਈਪਰਥਾਇਰੋਇਡਿਜ਼ਮ ਹੁੰਦਾ ਹੈ ਤਾਂ ਬੇਸਿਕਲੀ ਹੁੰਦਾ ਕੀ ਹੈ ਕਿ ਜਿਹੜੀ ਬੋਡੀ ਦੀ ਮੈਟਾਬੋਲਿਜ਼ਮ ਰੇਟ ਹੈ ਉਹ ਇਨਕਰੀਜ਼ ਹੋ ਜਾਏਗੀ। ਸੋ ਜਦੋਂ ਵੀ ਮੈਟਾਬੋਲਿਕ ਰੇਟ ਇਨਕਰੀਜ਼ ਹੋਏਗੀ ਉਸ ਦੇ ਨਾਲ ਕੀ ਹੋਏਗਾ, ਇੱਕ ਤਾਂ ਜਦੋਂ ਵੀ ਮੈਟਾਬੋਲਿਕ ਰੇਟ ਇਨਕਰੀਜ਼ ਹੁੰਦੀ ਹੈ ਤਾਂ ਹੀਟ ਪ੍ਰੋਡਿਊਸ ਹੋਏਗੀ। ਸੋ ਹੀਟ ਇੰਟੋਲਰੈਂਸ ਹੋਏਗੀ, ਪੇਸ਼ੈਂਟ ਨੂੰ ਟੈਕੀਕਾਰਡੀਆ ਹੋਏਗਾ, weight loss ਹੋਏਗਾ, ਇਰੀਟੇਬਲ ਹੋਏਗਾ ਪੇਸ਼ੈਂਟ। ਠੀਕ ਹੈ, ਡਾਇਫਰੈਸਿਸ ਹੋਏਗਾ, ਡਾਇਰੀਆ ਹੋਏਗਾ ਕਿਉਂਕਿ ਮੈਟਾਬੋਲਿਜ਼ਮ ਤੇਜ਼ ਹੋ ਰਿਹਾ, ਮੈਟਾਬੋਲਿਕ ਰੇਟ ਏਰੀਆ ਡਾਇਰੀਆ ਹੋ ਰਿਹਾ। ਤੇ ਉਸ ਤੋਂ ਬਾਅਦ ਪ੍ਰੋਟਰੂਡਿੰਗ ਆਈਵਾਲ ਜੋ ਐਗਜ਼ੋਥੈਲਮਸ ਬੋਲਦੇ ਆ ਜਿਸਨੂੰ, ਤੇ ਆਈਬਾਲ ਪ੍ਰੋਟਰੂਡਿੰਗ ਹੋਣਗੇ ਐਗਜ਼ੋਥੈਲਮਸ। ਹਾਈਪਰਟੈਂਸ਼ਨ ਹੋਏਗੀ ਤੇ ਪੇਸ਼ੈਂਟ ਨੂੰ ਗਵਾਈਟਰ ਵੀ ਹੋ ਸਕਦਾ ਹੈ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਐਗਜ਼ੋਥੈਲਮਸ। ਜਿਹੜੇ ਕਿ ਅਦਰ ਆਪਸ਼ਨ ਨੇ ਜਿਵੇਂ ਕਿ ਬ੍ਰੈਡੀਕਾਰਡੀਆ, ਪੈਰੀਓਰਬਿਟਲ ਐਡੀਮਾ, ਹੋਰਸ ਵॉइस, ਇਹ ਹਾਈਪੋਥਾਇਰੋਇਡਿਜ਼ਮ ਚ ਹੁੰਦੇ ਨੇ ਜਦੋਂ ਕਿ ਥਾਇਰੋਇਡ T3 ਤੇ T4 ਦਾ ਲੈਵਲ ਘੱਟ ਹੁੰਦਾ ਹੈ। ਸੋ ਹਾਈਪਰ ਦੇ ਬਿਲਕੁਲ ਆਪੋਜ਼ਿਟ ਹਾਈਪੋਥਾਇਰੋਇਡਿਜ਼ਮ ਹੈ, ਜਿਸ ਚ ਕੀ ਹੁੰਦਾ ਹੈ ਕਿ ਜੋ ਬੋਡੀ ਦੀ ਮੈਟਾਬੋਲਿਕ ਰੇਟ ਆ ਉਹ ਡਿਕਰੀਜ਼ ਹੋ ਜਾਏਗੀ, ਜਿਸ ਦੇ ਨਾਲ ਕੀ ਹੋਏਗਾ weight gain ਹੋਏਗਾ, ਬ੍ਰੈਡੀਕਾਰਡੀਆ ਹੋਏਗਾ। ਠੀਕ ਹੈ, ਜਨਰਲਾਈਜ਼ਡ ਐਡੀਮਾ, ਪਫੀਨੈਸ ਅਰਾਊਂਡ ਦਾ ਆਈਜ਼ ਜਿਹੜਾ ਕਿ ਸਾਨੂੰ B ਆਪਸ਼ਨ ਵਿੱਚ ਦਿੱਤਾ ਹੋਇਆ ਪੈਰੀਓਰਬਿਟਲ ਐਡੀਮਾ, ਤੇ ਹੋਰਸ ਵॉइस ਹੋਏਗੀ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਆਪਸ਼ਨ C ਐਗਜ਼ੋਥੈਲਮਸ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਦ ਨਰਸ ਰਿਕੋਗਨਾਈਜ਼ਸ ਡਿਜ਼ਨੀਆ ਐਜ਼ ਵਿਚ ਆਫ ਦਾ ਫੋਲੋਇੰਗ? ਆਪਸ਼ਨ A increased awareness of respiratory efforts, option B decreased alveolar ventilation, option C increased rate and depth of respiration, option D decreased oxygen saturation of venous blood। ਇਹ ਆਪਸ਼ਨ ਹੈ increased awareness of respiratory efforts, option B decreased alveolar ventilation, option C increased rate and depth of respiration, option D decreased oxygen saturation of venous blood। ਸੋ ਡਿਸਨੀਆ ਕੀ ਹੈ? ਇਹਨਾਂ ਵਿੱਚੋਂ ਡਿਸਨੀਆ ਹੈ ਆਪਸ਼ਨ A increased awareness of respiratory efforts। ਸੋ ਪੇਸ਼ੈਂਟ ਨੂੰ ਆਪਣੇ ਰੈਸਪੀਰੇਟਰੀ ਐਫਰਟਸ ਦੀ ਜ਼ਿਆਦਾ ਅਵੇਅਰਨੈਸ ਹੋਏਗੀ। ਠੀਕ ਹੈ, ਤੇ ਬਾਕੀ ਆਪਸ਼ਨ ਵੀ ਆਪਾਂ ਡਿਸਕਸ ਕਰਦੇ ਹਾਂ। ਡਿਕਰੀਜ਼ਡ ਐਲਵਿਊਲਰ ਵੈਂਟੀਲੇਸ਼ਨ ਨੂੰ ਆਪਾਂ ਕੀ ਬੋਲਾਂਗੇ?
ਕਰਾਂਗੇ, ਇਸ ਨੂੰ ਬੋਲਾਂਗੇ ਹਾਈਪੋਵੈਂਟੀਲੇਸ਼ਨ। ਤੇ ਜਿਹੜੀ ਸੀ ਆਪਸ਼ਨ ਹੈ ਇਨਕਰੀਜ਼ ਰੇਟ ਐਂਡ ਡੈਪਥ ਆਫ ਰੈਸਪੀਰੇਸ਼ਨ, ਇਹ ਕੀ ਹੈ ਹਾਈਪਰਪਨੀਆ। ਤੇ ਡੀ ਆਪਸ਼ਨ ਕੀ ਹੈ ਡਿਕਰੀਜ਼ਡ ਆਕਸੀਜਨ ਸੈਚੂਰੇਸ਼ਨ ਆਫ ਵੀਨਸ ਬਲੱਡ, ਮੀਨਸ ਕਿ ਬਲੱਡ 'ਚ ਆਕਸੀਜਨ ਦਾ ਲੈਵਲ ਘੱਟ ਹੋ ਰਿਹਾ, ਇਸ ਨੂੰ ਆਪਾਂ ਬੋਲਦੇ ਹਾਂ ਹਾਈਪੋਕਸੀਮੀਆ। ਠੀਕ ਹੈ, ਸੋ ਰਾਈਟ ਆਪਸ਼ਨ ਕਿਹੜੀ ਹੈ ਸਾਡੀ ਆਪਸ਼ਨ ਏ ਇਨਕਰੀਜ਼ਡ ਅਵੇਅਰਨੈਸ ਆਫ ਰੈਸਪੀਰੇਟਰੀ ਐਫਰਟਸ ਇਜ਼ ਡਿਸਨੀਆ। ਸੋ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਵੈਨ ਪਲੈਨਿੰਗ ਕੇਅਰ ਆਫ ਪੇਸ਼ੈਂਟ ਹੂ ਇਜ਼ paranoid, the nurse should include which of the following intervention to increase the sense of trust? Option A है give the patient the nurse home phone number for support. Option B spend more time with this patient than the other patient. Option C solicit the patient participation in development of treatment plan. Option D fulfill all the patient's request to provide assurance of active listening. So ਸਾਡੇ ਕੋਲ ਕੁਐਸਚਨ ਕੀ ਹੈ ਇਨਫੋਰਮੇਸ਼ਨ ਕਿ ਪੇਸ਼ੈਂਟ ਪੈਰਾਨੋਇਡ ਪੇਸ਼ੈਂਟ ਹੈ, ਉਸ ਚ ਆਪਾਂ ਸੈਂਸ ਆਫ ਟਰਸਟ ਬਿਲਡ ਕਰਨ ਲਈ ਕਿਹੜੀ ਆਪਸ਼ਨ ਇਹਨਾਂ ਚੋਂ ਯੂਜ਼ ਕਰਾਂਗੇ ਜਾਂ ਕਿਹੜੀ ਇੰਟਰਵੈਂਸ਼ਨ ਪੇਸ਼ੈਂਟ ਲਈ ਯੂਜ਼ ਕਰਾਂਗੇ। ਸੋ ਸਾਡੀ ਫਰਸਟ ਆਪਸ਼ਨ ਕੀ ਸੀ ਗਿਵ ਪੇਸ਼ੈਂਟਸ ਨਰਸ ਹੋਮ ਫੋਨ ਨੰਬਰ ਫॉर द ਸਪੋਰਟ। ਸੋ ਪੇਸ਼ੈਂਟ ਇਸ ਆਪਸ਼ਨ ਵਿੱਚ ਕੀ ਕਿਹਾ ਗਿਆ ਹੈ ਕਿ ਪੇਸ਼ੈਂਟ ਨੂੰ ਜੋ ਸਟਾਫ ਨਰਸ ਹੈ ਉਸ ਦਾ ਫੋਨ ਨੰਬਰ ਦੇ ਦਿੱਤਾ ਜਾਵੇ ਫॉर ਸਪੋਰਟ, ਬਟ ਇਹ ਜਿਹੜੀ ਆਪਸ਼ਨ ਹੈ ਇਹ ਅਨਐਥੀਕਲ ਹੈ। ਸੋ ਸਾਡੇ ਜੋ ਨਰਸਿੰਗ ਦੇ ਪ੍ਰਿੰਸੀਪਲ ਹੈ ਐਥਿਕਸ ਹੈ ਉਹ ਇਹ ਸਾਨੂੰ ਚੀਜ਼ ਅਲਾਉ ਨਹੀਂ ਕਰਦੇ। ਨੈਕਸਟ ਕੀ ਹੈ ਸਪੈਂਡ ਮੋਰ ਟਾਈਮ ਵਿਦ ਦਿਸ ਪੇਸ਼ੈਂਟ ਦੈਨ ਦਾ ਅਦਰ ਪੇਸ਼ੈਂਟ। ਸੋ ਸਾਡੇ ਕੋਲ ਇੱਕ ਐਥੀਕਲ ਪ੍ਰਿੰਸੀਪਲ ਹੈ ਕਿ ਫੇਅਰ ਟ੍ਰੀਟਮੈਂਟ ਔਰ ਇਕੁਅਲ ਟ੍ਰੀਟਮੈਂਟ। ਜੇ ਆਪਾਂ ਇੱਕੋ ਹੀ ਪੇਸ਼ੈਂਟ ਨਾਲ ਜ਼ਿਆਦਾ ਟਾਈਮ ਸਪੈਂਡ ਕਰਾਂਗੇ ਤੇ ਅਦਰ ਪੇਸ਼ੈਂਟ ਨੂੰ ਇਗਨੋਰ ਕਰਾਂਗੇ ਤਾਂ ਇਹ ਅਨਐਥੀਕਲ ਹੋਏਗਾ। ਤੇ ਨੈਕਸਟ ਕੀ ਹੈ ਸੋਲਿਸਿਟ ਪਾਰਟਿਸਿਪੇਸ਼ਨਸ ਇਨ ਡਿਵੈਲਪਮੈਂਟ ਆਫ ਟ੍ਰੀਟਮੈਂਟ ਪਲਾਨ। ਸੋ ਸੋਲਿਸਿਟ ਮੀਨਸ ਕਿ ਪੇਸ਼ੈਂਟ ਤੋਂ ਹੈਲਪ ਲੈਣੀ ਹੈ, ਆਸਕ ਫॉर ਹੈਲਪ। ਸੋ ਪੇਸ਼ੈਂਟ ਨੂੰ ਆਪਾਂ ਪੇਸ਼ੈਂਟ ਦੀ ਜੋ ਟ੍ਰੀਟਮੈਂਟ ਪਲਾਨ ਹੈ ਉਸ ਵਿੱਚ ਇਨਵੋਲਵ ਕਰਨਾ ਹੈ। ਸੋ ਸਾਡੀ ਰਾਈਟ ਆਪਸ਼ਨ ਕਿਹੜੀ ਹੋਏਗੀ ਆਪਸ਼ਨ ਸੀ, ਕਿਉਂਕਿ ਜੋ ਪੈਰਾਨੋਇਡ ਪੇਸ਼ੈਂਟ ਹੈ ਉਸ ਵਿੱਚ ਸਸਪੀਸ਼ੀਅਸਨੈਸ ਹੋਏਗੀ। ਜੇ ਉਹ ਟ੍ਰੀਟਮੈਂਟ ਪਲਾਨ ਦੇ ਵਿੱਚ ਇਨਵੋਲਵ ਹੋਏਗਾ ਤਾਂ ਉਸਨੂੰ ਬਹੁਤ ਸਾਰੀਆਂ ਉਸਦਾ ਜੋ ਸਸਪੀਸ਼ੀਅਸਨੈਸ ਹੈ ਉਹ ਘੱਟ ਹੋਏਗੀ ਤੇ ਪੇਸ਼ੈਂਟ ਦੀ ਰਿਕਵਰੀ ਜਲਦੀ ਹੋਏਗੀ। ਠੀਕ ਹੈ, ਤੇ ਸੈਂਸ ਆਫ ਟਰਸਟ ਬਿਲਡ ਹੋਏਗਾ ਅਗਰ ਉਹ ਟ੍ਰੀਟਮੈਂਟ ਪਲਾਨ ਵਿੱਚ ਇਨਵੋਲਵ ਹੋਏਗਾ। ਨੈਕਸਟ ਕੀ ਹੈ ਫੁਲਫਿਲ ਆਲ ਦਾ ਪੇਸ਼ੈਂਟ ਰਿਕੁਐਸਟ ਟੂ ਪ੍ਰੋਵਾਈਡ ਅਸ਼ੋਰੈਂਸ ਆਫ ਐਕਟਿਵ ਲਿਸਨਿੰਗ। ਸੋ ਇਸ ਵਿੱਚ ਕੀ ਹੈ ਕਿ ਆਲ ਪੇਸ਼ੈਂਟ ਰਿਕੁਐਸਟ, ਇਹ ਫਿਜ਼ੀਬਲ ਨਹੀਂ ਹੈ ਕਿ ਪੇਸ਼ੈਂਟ ਦੀਆਂ ਸਾਰੀ ਰਿਕੁਐਸਟ ਆਪਾਂ ਫੁਲਫਿਲ ਕਰ ਪਾਈਏ, ਸਾਡੇ ਕੋਲ ਫਿਜ਼ੀਬਿਲਿਟੀ ਨਹੀਂ ਹੋ ਸਕਦੀ। ਕੁਝ ਜੋ ਚੀਜ਼ਾਂ ਐਥੀਕਲ ਨੇ ਤੇ ਪੇਸ਼ੈਂਟ ਲਈ ਜ਼ਰੂਰੀ ਨੇ ਉਹ ਆਪਾਂ ਫੁਲਫਿਲ ਕਰ ਸਕਦੇ ਹਾਂ, ਬਟ ਆਲ ਰਿਕੁਐਸਟ ਕਾਂਟ ਬੀ ਫੁਲਫਿਲ ਐਟ ਦਾ ਸੇਮ ਟਾਈਮ। ਸੋ ਸਾਡੀ ਰਾਈਟ ਆਪਸ਼ਨ ਕਿਹੜੀ ਹੋਈ ਆਪਸ਼ਨ ਸੀ ਸੋਲਿਸਿਟ ਦਾ ਪੇਸ਼ੈਂਟ ਪਾਰਟਿਸਿਪੇਸ਼ਨ ਇਨ ਡਿਵੈਲਪਮੈਂਟ ਆਫ ਟ੍ਰੀਟਮੈਂਟ ਪਲਾਨ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਫੋਲੋਇੰਗ ਆਰ ਦਾ ਮੇਜਰਸ ਆਫ ਸੈਂਟਰਲ ਟੈਂਡੈਂਸੀ ਐਕਸੈਪਟ ਆਪਸ਼ਨ ਏ ਮੀਨ, ਆਪਸ਼ਨ ਬੀ ਮੀਡੀਅਨ, ਆਪਸ਼ਨ ਸੀ ਮੋਡ, ਆਪਸ਼ਨ ਡੀ ਵੇਰੀਐਂਸ। ਸੋ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਹੈ ਕਿ ਇਹਨਾਂ ਵਿੱਚੋਂ ਕਿਹੜਾ ਸੈਂਟਰਲ ਟੈਂਡੈਂਸੀ ਦਾ ਮੇਜਰ ਹੈ, ਕਿਹੜਾ ਇਹਨਾਂ ਵਿੱਚੋਂ ਸੈਂਟਰਲ ਟੈਂਡੈਂਸੀ ਦਾ ਮੇਜਰ ਨਹੀਂ ਹੈ, ਐਕਸੈਪਟ ਪੁੱਛਿਆ ਸਾਡੇ ਤੋਂ। ਸੋ ਸੈਂਟਰਲ ਟੈਂਡੈਂਸੀ ਕੀ ਹੁੰਦੀ ਹੈ ਕਿ ਸਿੰਗਲ ਵੈਲਿਊ ਹੁੰਦੀ ਹੈ ਜਿਹੜੀ ਕਿ ਰਿਪਰੈਜ਼ੈਂਟ ਕਰਦੀ ਹੈ ਇੰਟਾਇਰ ਡਿਸਟ੍ਰੀਬਿਊਸ਼ਨ ਨੂੰ। ਸੋ ਮੀਨ, ਮੀਡੀਅਨ, ਮੋਡ ਤੇ ਮਿਡ ਰੇਂਜ ਸੈਂਟਰਲ ਟੈਂਡੈਂਸੀ ਦੇ ਮੇਜਰਸ ਹੁੰਦੇ ਨੇ, ਬਟ ਇਹਨਾਂ ਵਿੱਚੋਂ ਆਪਸ਼ਨ ਡੀ ਹੈ ਜੋ ਵੇਰੀਐਂਸ, ਇਹ ਸੈਂਟਰਲ ਟੈਂਡੈਂਸੀ ਦਾ ਮੇਜਰ ਨਹੀਂ ਹੈ। ਸੋ ਆਪਸ਼ਨ ਡੀ ਇਜ਼ ਦਾ ਰਾਈਟ ਆਂਸਰ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਨਿਊਲੀ ਐਡਮਿਟਡ ਕਲਾਇੰਟ ਵਿਦ ਲੌਂਗ ਹਿਸਟਰੀ ਆਫ ਅਲਕੋਹਲਿਜ਼ਮ ਕੰਪਲੇਂਟ ਆਫ ਬਰਨਿੰਗ ਐਂਡ tingling sensation of feet, the nurse would recognize these symptoms as indicative of which condition? Option A Korsakoff psychosis, option B Wernicke's encephalopathy, option C alcoholic myopathy, option D peripheral neuropathy। So ਸਾਡੇ ਕੋਲ ਕੁਐਸਚਨ ਵਿੱਚ ਕੀ ਦਿੱਤਾ ਗਿਆ ਹੈ ਕਿ ਪੇਸ਼ੈਂਟ ਹੈ ਜਿਹੜਾ ਕਿ ਅਲਕੋਹਲਿਜ਼ਮ ਦਾ ਪੇਸ਼ੈਂਟ ਹੈ ਤੇ ਉਹਦੇ ਜੋ ਪੈਰਾਂ ਵਿੱਚ ਬਰਨਿੰਗ ਤੇ ਟਿੰਗਲਿੰਗ ਸੈਂਸੇਸ਼ਨ ਹੋ ਰਹੀ ਹੈ। ਸੋ ਸਾਨੂੰ ਪਤਾ ਹੈ ਬਰਨਿੰਗ ਤੇ ਟਿੰਗਲਿੰਗ ਸੈਂਸੇਸ਼ਨ ਕਿਸ ਚੀਜ਼ ਦਾ ਸਿੰਪਟਮ ਹੈ, ਪੈਰੀਫਰਲ ਨਿਊਰੋਪੈਥੀ ਦਾ, ਜਿਹੜਾ ਕਿ ਕਦੋਂ ਹੁੰਦਾ ਹੈ ਜਦੋਂ B6 ਦੀ ਪਾਇਰੋਡੋਕਸਿਨ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ। ਸੋ ਜਦੋਂ ਵੀ ਪੇਸ਼ੈਂਟ ਜ਼ਿਆਦਾ ਅਲਕੋਹਲ ਕਰਦਾ ਹੈ, ਉਸਨੂੰ ਅਲਕੋਹਲ ਯੂਜ਼ ਕਰਦਾ ਹੈ ਤਾਂ ਉਸਨੂੰ ਚਾਂਸਸ ਹੁੰਦੇ ਨੇ ਕਿ ਉਸਨੂੰ ਵਿਟਾਮਿਨ B6 ਦੀ ਡੈਫੀਸ਼ੀਐਂਸੀ ਹੋ ਸਕਦੀ ਹੈ, ਜਿਸ ਦੇ ਕਾਰਨ ਪੈਰੀਫਰਲ ਨਿਊਰੋਪੈਥੀ ਹੁੰਦੀ ਹੈ ਤੇ ਉਸ ਵਿੱਚ ਬਰਨਿੰਗ ਤੇ ਟਿੰਗਲਿੰਗ ਸੈਂਸੇਸ਼ਨ ਹੁੰਦੀ ਹੈ ਹੈਂਡਸ ਐਂਡ ਫੀਟ ਦੇ ਵਿੱਚ। ਤੇ ਜਿਹੜੀ ਅਦਰ ਆਪਸ਼ਨ ਹੈ ਜਿਵੇਂ ਕੋਰਸਕੋਫ ਸਾਈਕੋਸਿਸ, ਵਰਨਿਕਸ ਐਨਸੈਫਲੋਪੈਥੀ ਐਂਡ ਅਲਕੋਹਲਿਕ ਮਾਇਓਪੈਥੀ, ਇਸ ਦੇ ਰਾਈਟ ਆਂਸਰ ਨਹੀਂ ਹੈ। ਕੋਰਸਕੋਫ ਸਾਈਕੋਸਿਸ ਤੇ ਵਰਨਿਕਸ ਐਨਸੈਫਲੋਪੈਥੀ ਵਿੱਚ ਕੀ ਹੁੰਦਾ ਹੈ, ਜੋ ਵਰਨਿਕਸ ਐਨਕੈਫਲੋਪੈਥੀ ਹੈ ਉਹ ਐਕਿਊਟ ਫੇਸ ਹੈ, ਜਿਸ ਵਿੱਚ ਕੀ ਹੋਏਗਾ, ਇਸ ਨੂੰ ਆਪਾਂ ਪ੍ਰੀਵੀਅਸ ਵੀਡੀਓ ਵਿੱਚ ਵੀ ਡਿਸਕਸ ਕਰਿਆ ਸੀ ਕਿਵੇਂ ਯਾਦ ਰੱਖਣਾ, ਕੋਟ ਰੈਕ ਦੇ ਤਰੀਕੇ ਨਾਲ। ਕੋਟ ਰੈਕ, ਕੋਟ ਫॉर ਵਰਨਿਕਸ ਐਂਡ ਰੈਕ ਫॉर ਕੋਰਸਕੋਫ। ਸੋ ਵਰਨਿਕਸ ਚ ਆਪਾਂ ਡਿਸਕਸ ਕਰਦੇ ਹਾਂ। ਕੋਟ ਵਿੱਚ C ਸਟੈਂਡ ਫॉर ਕਨਫਿਊਜ਼ਨ, O ਸਟੈਂਡ ਫॉर ophthalmoplegia, A ਸਟੈਂਡ ਫॉर ataxia ਐਂਡ T ਸਟੈਂਡ ਫॉर thiamine is an important aspect of treatment। ਤੇ ਜਿਹੜਾ ਕੋਰਸਕੋਫ ਹੈ ਇਹਦਾ ਹੀ ਕ੍ਰੋਨਿਕ ਫੇਸ ਹੈ, ਜਿਸ ਵਿੱਚ ਕੀ ਹੋਏਗਾ, R ਸਟੈਂਡ ਫॉर retrograde amnesia, ਮੀਨਸ ਕਿ ਪੇਸ਼ੈਂਟ ਨੂੰ ਜੋ 올ਡ ਮੈਮਰੀਜ਼ ਨੇ ਉਹਦੀਆਂ ਉਹਨਾਂ ਨੂੰ ਰਿਕਾਲ ਕਰਨ ਚ ਦਿੱਕਤ ਆਏਗੀ। ਤੇ ਨੈਕਸਟ A ਸਟੈਂਡ ਫॉर anterograde amnesia, ਇਸ ਵਿੱਚ ਕੀ ਹੁੰਦਾ ਹੈ ਕਿ ability to form new memory ਉਹ ਡਿਸਟਰਬ ਹੋਏਗੀ। ਨੈਕਸਟ C ਸਟੈਂਡ ਫॉर confabulation, K
K स्टैंड फॉर कोरोस्कोफ साइकोसिस। सो कोट्रैक नाल आपां याद रखना है। ते ਜਿਹੜੇ ਬਰਨਿਕਸ ਤੇ ਕੋਰੋਸਕੋਫ ਸਿੰਡਰੋਮ ਹੈ ਇਹ ਵਿਟਾਮਿਨ B1 ਦੀ ਡੈਫੀਸ਼ੀਐਂਸੀ ਨਾਲ ਹੁੰਦੇ ਨੇ। ਇਹ ਵੀ ਅਲਕੋਹਲਿਕ ਪੇਸ਼ੈਂਟ ਚ ਹੁੰਦੇ ਨੇ ਬਟ ਅਕੋਰਡਿੰਗ ਟੂ ਕੁਐਸਚਨ ਸਾਡਾ ਕਿਹੜਾ ਆਨਸਰ ਰਾਈਟ ਹੈ ਆਪਸ਼ਨ ਡੀ ਪੈਰੀਫਰਲ ਨਿਊਰੋਪੈਥੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਵਿਚ ਆਫ ਦਾ ਫੋਲੋਇੰਗ ਫਾਈਂਡਿੰਗ ਔਨ ਅ ਫੀਮੇਲ ਬ੍ਰੈਸਟ ਐਗਜ਼ਾਮ ਸ਼ੁਡ ਦ ਨਰਸ ਰਿਪੋਰਟ ਐਜ਼ ਅ ਸਸਪੀਸ਼ੀਅਸ ਆਫ ਬ੍ਰੈਸਟ ਕੈਂਸਰ? ਆਪਸ਼ਨ A a poorly defined firm lump that is non-tender and fixed to the skin. Option B a soft mobile single lobular nodule that is non-tender. Option C multiple bilateral round lumpy tissue that is tender. Option D a single soft lump that is well defined and tender. So ਸਾਨੂੰ ਪਤਾ ਹੈ breast self examination ਆਪਾਂ ਪੇਸ਼ੈਂਟ ਨੂੰ ਦੱਸਾਂਗੇ ਇਹ ਕਦੋਂ ਕਰਨੀ ਹੁੰਦੀ ਹੈ। ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਆਫਟਰ ਸਟਾਪੇਜ ਆਫ menstruation ਜਾਂ 5th day of menstruation। ਸੋ ਉਸ ਟਾਈਮ ਤੇ ਕਰਨੀ ਹੁੰਦੀ ਹੈ। ਤੇ ਇਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਜਿਹੜੇ ਪੂਅਰਲੀ ਡਿਫਾਈਨਡ ਫਰਮ ਲੰਪ ਜਿਹੜੇ ਕਿ ਨੌਨ ਟੈਂਡਰ ਹੁੰਦੇ ਨੇ ਤੇ ਫਿਕਸ ਟੂ ਸਕਿਨ ਇਹ ਬ੍ਰੈਸਟ ਕੈਂਸਰ ਦੀ ਸਸਪੀਸ਼ੀਅਸਨੈਸ ਨੂੰ ਦੱਸਦੇ ਨੇ। ਸੋ ਸਾਡੇ ਕੋਲ ਰਾਈਟ ਆਨਸਰ ਹੈ ਆਪਸ਼ਨ A ਪੂਅਰਲੀ ਡਿਫਾਈਨਡ ਲੰਪ। ਠੀਕ ਹੈ ਜਿਸ ਦੇ ਕੋਈ ਐਜਸ ਜਾਂ ਕੁਝ ਵੀ ਕਲੀਅਰ ਨਹੀਂ ਹੈ। ਸੋ ਰਾਈਟ ਆਪਸ਼ਨ ਸਾਡੀ ਆਪਸ਼ਨ A ਹੋਈ। ਸੋ ਇਹ ਸੀ ਅੱਜ ਦੇ ਕੁਐਸਚਨ ਜਿਹੜੇ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਨੇ। ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਬਹੁਤ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਥੈਂਕ ਯੂ।